ਸੋ ਹੈਲੋ एवरीवन ਅਸੀਂ ਬਹੁਤ ਹੀ ਇੱਕ ਇੰਪੋਰਟੈਂਟ ਟੌਪਿਕ ਜੋ ਕਰਨ ਜਾ ਰਹੇ ਹਾਂ ਜੋ ਕਿ ਪੰਜਾਬ ਪਟਵਾਰੀ ਦੇ ਲਈ ਵੀ ਬਹੁਤ ਇੰਪੋਰਟੈਂਟ ਹੈ। ਜਦ ਤੁਸੀਂ ਕੋਈ ਵੀ ਐਸਐਸਸੀ ਜਾਂ ਰੇਲਵੇਜ਼ ਜਾਂ ਕੋਈ ਵੀ ਐਗਜ਼ਾਮ ਦੇਣਾ ਹੈ ਕੰਪੀਟੀਟਿਵ ਐਗਜ਼ਾਮ ਤਾਂ ਉਹਦੇ ਵਿੱਚ ਇਹ ਟੌਪਿਕ ਹਮੇਸ਼ਾ ਹੀ ਹੁੰਦਾ ਆ। ਸੋ ਇਹ ਟੌਪਿਕ ਹੈ ਡਾਟਾ ਇੰਟਰਪ੍ਰੀਟੇਸ਼ਨ। ਡਾਟਾ ਇੰਟਰਪ੍ਰੀਟੇਸ਼ਨ ਦੇ ਵਿੱਚ ਕਈ ਪਾਈ ਚਾਰਟਸ ਆ ਜਾਂਦੇ ਨੇ, ਬਾਰ ਚਾਰਟਸ ਆ ਜਾਂਦੇ ਨੇ, ਡਾਇਗਰਾਮਸ ਆ ਜਾਂਦੀਆਂ ਜਿਨ੍ਹਾਂ ਦੇ ਰਿਲੇਟਡ ਸਾਡੇ ਕੋਲ ਕੁਐਸਚਨਸ ਆਉਂਦੇ ਨੇ। ਸੋ ਪਹਿਲਾਂ ਆਪਾਂ ਕਰਨ ਜਾ ਰਹੇ ਇੰਪੋਰਟੈਂਟ ਕੁਐਸਚਨ ਜੋ ਕਿ ਪਾਈ ਚਾਰਟ ਦੇ ਨਾਲ ਰਿਲੇਟਡ ਹੈ। ਇਹ ਹਰ ਵਾਰ ਜੋ ਇਸੇ ਟਾਈਪ ਦੇ ਕੁਐਸਚਨ ਜੋ ਐਗਜ਼ਾਮ ਦੇ ਵਿੱਚ ਰਿਪੀਟ ਹੁੰਦੇ ਨੇ ਜਾਂ ਥੋੜ੍ਹਾ ਬਹੁਤਾ ਫਰਕ ਪਾ ਕੇ ਹੀ ਐਗਜ਼ਾਮ ਦੇ ਵਿੱਚ ਆਉਂਦੇ ਨੇ। ਸੋ ਪਹਿਲਾ ਹੀ ਕੁਐਸਚਨ ਹੈ ਪਾਈ ਚਾਰਟ ਦਾ ਜੋ ਪ੍ਰੀਵੀਅਸ ਪੇਪਰਸ ਦੇ ਵਿੱਚ ਆ ਚੁੱਕਾ ਆ। ਪਹਿਲਾ ਕੁਐਸਚਨ ਹੈ ਕਿ ਵਟ ਇਜ਼ ਦਾ ਰੇਸ਼ੀਓ ਆਫ ਦਾ ਐਕਸਪੈਂਡੀਚਰ ਔਨ ਸਪੋਰਟਸ ਟੂ ਦੈਟ ਔਨ ਆਰਟ ਐਂਡ ਕਰਾਫਟ। ਸਾਨੂੰ ਇੱਕ ਪਾਈ ਚਾਰਟ ਦਿੱਤਾ ਹੋਇਆ ਹੈ, ਉਹਦੇ ਵਿੱਚ ਸਪੋਰਟਸ, ਆਰਟ ਐਂਡ ਕਰਾਫਟ, ਸਾਇੰਸ, ਮਿਸਲੇਨੀਅਸ ਐਂਡ ਲਾਇਬ੍ਰੇਰੀ ਇਹਨਾਂ ਦਾ ਸਭ ਦਾ ਆਪਣੀ ਆਪਣੀ ਪਾਰਟੀਸਪੇਸ਼ਨ ਜੋ ਦਿੱਤੀ ਗਈ ਹੈ। ਸਾਨੂੰ ਉਹਨਾਂ ਨੇ ਪੁੱਛਿਆ ਹੈ ਕਿ ਸਪੋਰਟਸ ਦਾ ਐਕਸਪੈਂਡੀਚਰ ਦੀ ਰੇਸ਼ੋ ਪਤਾ ਕਰਨੀ ਹੈ ਆਰਟ ਐਂਡ ਕਰਾਫਟ ਦੇ ਨਾਲ। ਸੋ ਪਹਿਲਾਂ ਆਪਾਂ ਵੇਖਾਂਗੇ ਸਪੋਰਟਸ ਦੀ ਰੇਸ਼ੋ ਆਰਟ ਐਂਡ ਕਰਾਫਟ ਦੇ ਨਾਲ। ਇਹਦੇ ਵਿੱਚ ਵੇਖੀਏ ਸਪੋਰਟਸ ਵਾਲਾ ਪੋਰਸ਼ਨ, ਸਪੋਰਟਸ ਦੇ ਵਿੱਚ 120 ਡਿਗਰੀ ਦਾ ਐਂਗਲ ਬਣਦਾ ਪਿਆ ਆ। ਸੋ ਸਿੰਪਲੀ ਆਪਾਂ ਰੇਸ਼ੋ ਪਤਾ ਕਰਨੀ ਸਪੋਰਟਸ ਐਂਡ ਆਰਟ ਐਂਡ ਕਰਾਫਟ ਦੀ। ਇਹਦੇ ਲਈ ਕੀ ਕਰਾਂਗੇ, ਸਪੋਰਟਸ ਵਾਲੇ ਪੋਰਸ਼ਨ ਦੇ ਵਿੱਚ 120 ਹੋ ਗਿਆ ਅਤੇ ਉਹਦੀ ਰੇਸ਼ੋ ਪਤਾ ਕਰਨੀ ਹੈ ਆਰਟ ਐਂਡ ਕਰਾਫਟ ਦੇ ਨਾਲ। ਸੋ ਆਰਟ ਐਂਡ ਕਰਾਫਟ ਦੀ ਆ 90 ਡਿਗਰੀ। ਸੋ 90 ਡਿਗਰੀ ਦੇ ਨਾਲ ਰੇਸ਼ੋ ਫਾਈਂਡ ਆਊਟ ਕਰ ਲਾਂਗੇ। ਇਹਨੂੰ ਸੋਲਵ ਕਰ ਲਾਂਗੇ ਆਪੋ ਆਪਣੇ ਤਰੀਕੇ ਦੇ ਨਾਲ। ਇਹਨੂੰ ਸੋਲਵ ਕਰਨ ਤੋਂ ਬਾਅਦ ਸਾਡੇ ਕੋਲ ਬਣ ਜਾਏਗਾ 4/3। 3 3s are 9, 3 4s are 12। 4:3 ਦਾ ਜਿਹੜਾ ਸਾਡੇ ਕੋਲ ਆਨਸਰ ਆ ਗਿਆ। ਸੋ ਡੈਟ ਮੀਨਸ ਕਿ ਸਾਡਾ ਜੋ ਕਰੈਕਟ ਆਨਸਰ ਹੈ ਉਹ ਹੈਗਾ ਆ 4:3। ਸੈਕਿੰਡ ਸਾਡਾ ਕੁਐਸਚਨ ਹੈ ਵੀ ਵਿਚ ਹੈਡ ਹੈਜ਼ ਦਾ ਮੈਕਸੀਮਮ ਐਕਸਪੈਂਡੀਚਰ। ਸਭ ਤੋਂ ਵੱਧ ਜੋ ਐਕਸਪੈਂਡੀਚਰ ਆ ਉਹ ਕਿਸ ਦਾ ਹੈ। ਸੋ ਆਪਾਂ ਵੇਖਾਂਗੇ ਵੀ ਜਿਹਦਾ ਵੀ ਮੈਕਸੀਮਮ ਐਕਸਪੈਂਡੀਚਰ ਹੋਏਗਾ ਉਹ ਉਹਦਾ ਹੀ ਹੋਏਗਾ ਜਿਹਨੇ ਸਭ ਤੋਂ ਵੱਧ ਐਂਗਲ ਬਣਾਇਆ ਹੋਇਆ ਹੈ। ਸੋ ਸਭ ਤੋਂ ਵੱਧ ਐਂਗਲ ਜੋ ਬਣਾਇਆ ਉਹ 120 ਡਿਗਰੀ ਹੈ, ਉਹ ਹੈ ਸਪੋਰਟਸ ਦਾ। ਸੋ ਡੈਟਸ ਵਾਈ ਅਸੀਂ ਕਹਿ ਸਕਦੇ ਹਾਂ ਕਿ ਜੋ ਮੈਕਸੀਮਮ ਐਕਸਪੈਂਡੀਚਰ ਹੈ ਉਹ ਕਿਸ ਫੀਲਡ ਦਾ ਹੈ, ਸਪੋਰਟਸ ਦਾ। ਕਿ ਨੈਕਸਟ ਅਗਲਾ ਥਰਡ ਕੁਐਸਚਨ ਹੈ ਕਿ ਵਿਚ ਹੈਡ ਯੂਜ਼ਸ 25% ਆਫ ਫੰਡਸ। 25% ਫੰਡ ਕਿੰਨੇ ਯੂਜ਼ ਕੀਤਾ ਹੈ ਕਿ ਆਰਟ ਐਂਡ ਕਰਾਫਟ ਨੇ ਕੀਤਾ, ਸਪੋਰਟਸ ਨੇ ਕੀਤਾ, ਲਾਇਬ੍ਰੇਰੀ ਨੇ ਕੀਤਾ, ਮਿਸਲੇਨੀਅਸ ਜਾਂ ਫਿਰ ਸਾਇੰਸ। ਆਪਾਂ ਨੂੰ ਪਤਾ ਹੈ ਵੀ 25% ਹੁੰਦਾ ਆ, 25% ਹੁੰਦਾ ਹੈ 1/4 ਹੁੰਦਾ ਹੈ, ਮਤਲਬ 100 ਦਾ ਚੌਥਾ ਹਿੱਸਾ ਹੁੰਦਾ ਆ, 1/4 ਹਿੱਸਾ ਹੁੰਦਾ ਹੈ। ਸੋ 1/4 ਜੋ ਹੈ ਉਹ ਇੱਥੇ ਹੁਣ ਆਪਾਂ 360 ਡਿਗਰੀ ਐਂਗਲ ਹੈ ਟੋਟਲ। ਜੇ 360 ਡਿਗਰੀ ਐਂਗਲ ਹੈ ਤਾਂ ਇਹਦਾ 1/4 ਜੋ ਬਣੇਗਾ ਉਹ ਬਣੇਗਾ 90 ਡਿਗਰੀ। ਉਹ ਉਹਨਾਂ ਨੇ ਪੁੱਛਿਆ ਸੀਗਾ ਕਿ 25 ਕਿੰਨਾ ਕਹਦੇ ਤੇ ਫੰਡ ਯੂਜ਼ ਹੋਇਆ ਹੈ, ਤਾਂ ਆਪਾਂ ਕਲੀਅਰਲੀ ਵੇਖ ਸਕਦੇ ਤੇ ਵੀ 90 ਡਿਗਰੀ ਜੋ ਆਰਟ ਐਂਡ ਕਰਾਫਟ ਫੀਲਡ ਦੇ ਲਈ ਹੈ। ਸੋ ਇੱਥੇ ਆਪਾਂ ਕਹਿ ਸਕਦੇ ਹਾਂ ਵੀ ਆਰਟ ਐਂਡ ਕਰਾਫਟ ਜੋ ਇਹਦਾ ਆਨਸਰ ਹੈ 1/3 ਦਾ। ਅੱਗੇ ਜੋ ਫੋਰਥ ਕੁਐਸਚਨ ਹੈ ਇਹਦੇ ਵਿੱਚ ਲਿਖਿਆ ਵੀ ਵਿਚ ਹੈਡਸ ਹੈਵ ਦਾ ਸੇਮ ਅਮਾਊਂਟ ਆਫ ਐਕਸਪੈਂਡੀਚਰ। ਸੇਮ ਅਮਾਊਂਟ ਆਫ ਐਕਸਪੈਂਡੀਚਰ ਜੋ ਖਰਚਾ ਆਇਆ ਕਿੰਨਾ ਤੇ ਸੇਮ ਆਇਆ ਹੈ। ਸੋ ਇੱਥੇ ਵੇਖੀਏ ਆਪਾਂ ਨੂੰ ਸੋਲਵ ਨਹੀਂ ਕਰਨਾ, ਕਲੀਅਰਲੀ ਵੇਖ ਲਾਂਗੇ ਜੋ ਐਂਗਲ ਦਿੱਤੇ ਆ ਉਹ ਸੇਮ ਕਿਹੜੇ ਕਿਹੜੇ ਆ। ਇੱਥੇ ਕਲੀਅਰਲੀ ਵੇਖ ਸਕਦੇ ਆ ਵੀ ਜੋ ਸਾਇੰਸ ਐਂਡ ਲਾਇਬ੍ਰੇਰੀ ਹੈ ਇਹਨਾਂ ਦੇ ਵਿੱਚ ਐਂਗਲ ਹੈ ਜੋ 60 ਡਿਗਰੀ ਹੈ। ਸੋ ਇਹਦਾ ਆਨਸਰ ਵੀ ਕੀ ਆ ਜਾਏਗਾ ਵੀ ਲਾਇਬ੍ਰੇਰੀ ਐਂਡ ਸਾਇੰਸ ਦੇ ਜੋ ਹੈ ਸੇਮ ਅਮਾਊਂਟ ਐਕਸਪੈਂਡੀਚਰ ਕੀਤਾ ਹੈ। ਇਹਦਾ ਕਰੈਕਟ ਆਨਸਰ ਆ ਜਾਏਗਾ ਲਾਇਬ੍ਰੇਰੀ ਐਂਡ ਸਾਇੰਸ। ਅੱਗੇ ਫਿਫਥ ਕੁਐਸਚਨ ਹੈ ਵਾਟ ਪਰਸੈਂਟੇਜ ਆਫ ਦਾ ਟੋਟਲ ਐਕਸਪੈਂਡੀਚਰ ਇਜ਼ ਸਪੈਂਟ ਔਨ ਲਾਇਬ੍ਰੇਰੀ। ਲਾਇਬ੍ਰੇਰੀ ਤੇ ਟੋਟਲ ਕਿੰਨਾ ਯੂਜ਼ ਹੋਇਆ ਹੈ। ਸੋ ਵੇਖੋ ਇਹ ਵੀ ਆਪਾਂ ਨੂੰ ਪਤਾ ਆ, ਇਹ ਜਦੋਂ ਵੀ ਪਾਈ ਚਾਰਟ ਦਿੱਤਾ ਹੁੰਦਾ ਟੋਟਲ ਹੁੰਦਾ ਆ 360 ਡਿਗਰੀ ਦਾ ਐਂਗਲ। 105th ਕੁਐਸਚਨ ਦਾ ਸੋ ਵੇਖੋ ਟੋਟਲ ਹੁੰਦਾ ਆ 360 ਡਿਗਰੀ ਦਾ ਐਂਗਲ, ਇਹ ਆਪਾਂ ਨੂੰ ਪਤਾ ਹੈ। ਉਹਨਾਂ ਨੇ ਕਿਹਾ ਆ ਲਾਇਬ੍ਰੇਰੀ ਤੇ ਕਿੰਨਾ ਯੂਜ਼ ਹੋਇਆ। ਸੋ ਲਾਇਬ੍ਰੇਰੀ ਯਾਨੀ ਕਿ 60 ਡਿਗਰੀ ਯੂਜ਼ ਹੋਇਆ, ਮਤਲਬ 360 ਵਿੱਚੋਂ 60 ਡਿਗਰੀ ਯੂਜ਼ ਹੋਇਆ। ਤਾਂ ਉਹਨਾਂ ਨੇ ਪਰਸੈਂਟੇਜ ਫਾਈਂਡ ਆਊਟ ਕਰਨ ਲਈ ਕਿਹਾ ਆ ਨਾ। ਸੋ ਆਪਾਂ ਇੱਥੇ 100 ਨਾਲ ਮਲਟੀਪਲਾਈ ਕਰ ਦਾਂਗੇ ਇਹਨੂੰ। ਜਦੋਂ 100 ਨਾਲ ਮਲਟੀਪਲਾਈ ਕਰਾਂਗੇ ਕੈਂਸਲ ਆਊਟ ਕਰਾਂਗੇ, ਕੈਂਸਲ ਆਊਟ ਤੁਸੀਂ ਆਪਣੇ ਤਰੀਕੇ ਨਾਲ ਕਰ ਲੈਣਾ ਜਿਹੜਾ ਵੀ ਤੁਹਾਨੂੰ ਮੈਥਡ ਈਜ਼ੀ ਲੱਗਦਾ ਆ। ਜਦੋਂ ਇਹਨੂੰ ਸੋਲਵ ਆਊਟ ਕਰਾਂਗੇ ਅਸੀਂ
ਜਦੋਂ ਆਪਣੇ ਅਕੋਰਡਿੰਗ ਇਹਨੂੰ ਸੋਲਵ ਕਰਕੇ ਵੇਖ ਲਾਂਗੇ 60 × 5/18 ਤਾਂ ਸਾਡਾ ਜੋ ਆਨਸਰ ਹੈ ਉਹ ਆਏਗਾ 16.6 ਯਾਨੀ 16.6। ਸੋ ਜੋ ਕਰੈਕਟ ਆਨਸਰ ਹੈ ਉਹ ਬੀ ਹੈ। ਸਿੰਪਲੀ ਆਪਾਂ ਕਰਨਾ ਕੀ ਸੀ ਕਿ ਉਹਨਾਂ ਨੇ ਪਰਸੈਂਟੇਜ ਪੁੱਛੀ ਹੈ ਟੋਟਲ ਐਕਸਪੈਂਡੀਚਰ ਦੀ ਲਾਇਬ੍ਰੇਰੀ ਦੇ ਨਾਲ। ਲਾਇਬ੍ਰੇਰੀ ਦਾ ਆਪਾਂ ਨੂੰ ਪਤਾ ਹੈ ਕਿ 60% ਦਿੱਤਾ ਹੈ ਤਾਂ ਟੋਟਲ ਹੁੰਦਾ 360 ਡਿਗਰੀ ਅਤੇ ਪਰਸੈਂਟੇਜ ਪੁੱਛੀ ਹੈ ਤਾਂ 100 ਨਾਲ ਮਲਟੀਪਲਾਈ ਕਰ ਦਾਂਗੇ ਤਾਂ ਆਨਸਰ ਸਾਡੇ ਕੋਲ ਆ ਜਾਏਗਾ। ਹੁਣ ਆਪਾਂ ਕਰਕੇ ਹਟੇ ਸੀ ਪਾਈ ਚਾਰਟ ਦੇ ਨਾਲ ਰਿਲੇਟਡ ਕੁਐਸਚਨ। ਪਾਈ ਚਾਰਟ ਦੇ ਨਾਲ ਜੋ ਡਾਟਾ ਇੰਟਰਪ੍ਰੀਟੇਸ਼ਨ ਦੇ ਵਿੱਚ ਸਪੈਸ਼ਲ ਹੈ ਉਹ ਇੱਕ ਟੇਬਲ ਬਣਿਆ ਸਕਦਾ ਹੈ, ਬਾਰ ਡਾਇਗਰਾਮ ਇੱਦਾਂ ਦਾ ਇੱਕ ਟੇਬਲ ਆ ਸਕਦਾ ਹੈ। ਪੇਪਰ ਵਿੱਚ ਆਉਂਦਾ ਵੀ ਹੈ, ਹਰ ਸਾਲ ਰਿਪੀਟ ਹੁੰਦਾ ਆ। ਕਿਸੇ ਪੇਪਰ ਦੇ ਵਿੱਚ ਪਾਈ ਚਾਰਟ ਆ ਜਾਂਦਾ ਹੈ, ਕਿਸੇ ਦੇ ਵਿੱਚ ਬਾਰ ਡਾਇਗਰਾਮ ਆ ਜਾਂਦੀ ਹੈ, ਕੁਝ ਨਾ ਕੁਝ ਹਰ ਸਾਲ ਰਿਪੀਟ ਹੁੰਦੇ ਆ। ਕੁਐਸਚਨ ਵੀ ਹੈ ਜੋ ਲਗਭਗ ਸੇਮ ਹੀ ਹੁੰਦੇ ਆ, ਬਸ ਥੋੜ੍ਹੀ ਬਹੁਤਾ ਜੋ ਉਹਨਾਂ ਦੇ ਵਿੱਚ ਸਟੇਟਮੈਂਟ ਜੋ ਚੇਂਜ ਹੋ ਜਾਂਦੀ ਹੈ ਜਾਂ ਟਾਈਪ ਆਫ ਕੁਐਸਚਨ ਚੇਂਜ ਹੋ ਜਾਂਦਾ ਹੈ। ਸੋ ਇਹਨੂੰ ਵੀ ਆਪਾਂ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਾਨੂੰ ਇੱਕ ਜੋ ਵਰਲਡ ਪ੍ਰੋਡਕਸ਼ਨ ਆਫ ਸਟੀਲ ਜੋ ਦਿੱਤੀ ਹੋਈ ਆ ਈਅਰ 1920 ਤੋਂ 1927 ਦੇ ਵਿੱਚ ਈਅਰ ਮੈਂਸ਼ਨ ਹੈ, ਪ੍ਰੋਡਕਸ਼ਨ ਵੀ ਮੈਂਸ਼ਨ ਹੈ। ਸੋ ਇਹਦਾ ਸਾਨੂੰ ਇੱਕ ਵੈਲ ਡਿਫਾਈਨ ਜੋ ਚਾਰਟ ਬਣਿਆ ਮਿਲਿਆ ਹੈ। ਇਸ ਚਾਰਟ ਦੇ ਰਿਲੇਟਡ ਹੁਣ ਸਾਡੇ ਕੋਲ ਕੁਐਸਚਨ ਪੁੱਛੇ ਜਾਣਗੇ ਤਾਂ ਉਹ ਕੁਐਸਚਨ ਕੀ ਹੋ ਸਕਦੇ ਆ। ਪਹਿਲਾ ਕੁਐਸਚਨ ਹੈ ਦ ਨੰਬਰ ਆਫ ਈਅਰਸ ਡੂਰਿੰਗ ਵਿਚ ਦ ਕੰਪਨੀ ਹੈਜ਼ ਇਟਸ ਪ੍ਰੋਡਕਸ਼ਨ ਲੈਸ ਦੈਨ ਦ ਐਵਰੇਜ। ਵੇਖੋ ਉਹਨਾਂ ਨੇ ਪੁੱਛਿਆ ਵਾ ਉਹ ਸਾਲ ਪੁੱਛਦੇ ਕਿੰਨੇ ਸਾਲ ਉਹ ਵਾਲੇ ਜਿਨ੍ਹਾਂ ਦੀ ਐਵਰੇਜ ਪ੍ਰੋਡਕਸ਼ਨ ਤੋਂ ਵੀ ਘੱਟ ਹੋਇਆ ਹੈ ਪ੍ਰੋਡਕਸ਼ਨ। ਨੰਬਰ ਆਫ ਈਅਰਸ ਡਿਊਰਿੰਗ ਵਿਚ ਕੰਪਨੀ ਹੈਜ਼ ਇਟਸ ਪ੍ਰੋਡਕਸ਼ਨ, ਜਿਹਦੇ ਵਿੱਚ ਪ੍ਰੋਡਕਸ਼ਨ ਜੋ ਹੈ ਐਵਰੇਜ ਪ੍ਰੋਡਕਸ਼ਨ ਤੋਂ ਵੀ ਘੱਟ ਹੋਈ ਆ। ਸੋ ਸਭ ਤੋਂ ਪਹਿਲਾਂ ਆਪਾਂ ਨੂੰ ਐਵਰੇਜ ਪ੍ਰੋਡਕਸ਼ਨ ਪਤਾ ਕਰਨੀ ਪਊਗੀ। ਐਵਰੇਜ ਪ੍ਰੋਡਕਸ਼ਨ ਆਪਾਂ ਕਿਵੇਂ ਪਤਾ ਕਰ ਸਕਦੇ ਹਾਂ। ਇਸ ਬੁੱਕ ਦਾ ਕੁਐਸਚਨ ਨੰਬਰ ਹੈ 106। ਸੋ ਵੇਖੋ ਐਵਰੇਜ ਪ੍ਰੋਡਕਸ਼ਨ ਆਪਾਂ ਫਾਈਂਡ ਆਊਟ ਕਰਨੀ ਹੈ। ਐਵਰੇਜ ਪ੍ਰੋਡਕਸ਼ਨ ਲਈ ਕੀ ਕਰਾਂਗੇ, ਜੋ ਪ੍ਰੋਡਕਸ਼ਨ ਦਿੱਤੀ ਹੈ 71.38 43.51 ਜਿੰਨੀਆਂ ਵੀ ਪ੍ਰੋਡਕਸ਼ਨ ਹੈ ਦੈਟ ਇਜ਼ 1 2 3 4 5 6 7 8 ਟਾਈਪਸ ਦੀ ਪ੍ਰੋਡਕਸ਼ਨ ਦਿੱਤੀਆਂ। ਇਹਨਾਂ ਸਭ ਨੂੰ ਆਪਾਂ ਪਹਿਲਾਂ ਪਲੱਸ ਕਰਾਂਗੇ 71.30 ਪਲੱਸ 43.51 ਪਲੱਸ 67.66 ਪਲੱਸ 76.23 plus 77.23 plus 88.93 plus 91.75 plus 100.17 ਜਿੰਨੇ ਵੀ ਇਹਨਾਂ ਨੂੰ ਸਭ ਨੂੰ ਪਲੱਸ ਕਰਕੇ ਆਪਾਂ ਡਿਵਾਈਡ ਕਰ ਦਾਂਗੇ। ਟੋਟਲ ਕਿੰਨੇ ਆਏ 1 2 3 4 5 6 7 8 ਨਾਲ ਡਿਵਾਈਡ ਕਰਾਂਗੇ। ਸੋ ਇਹ ਸਾਡੇ ਕੋਲ ਕੀ ਬਚ ਜਾਏਗੀ ਐਵਰੇਜ ਪ੍ਰੋਡਕਸ਼ਨ। ਐਵਰੇਜ ਪ੍ਰੋਡਕਸ਼ਨ ਇਹਨਾਂ ਸਭ ਨੂੰ ਆਪਾਂ ਸਮ ਕਰ ਦਾਂਗੇ। ਸਮ ਵੀ ਇੱਥੇ ਫਾਸਟ ਤਰੀਕੇ ਦੇ ਨਾਲ ਕਰਨੀ ਹੈ ਕਿਉਂਕਿ ਇੰਨਾ ਟਾਈਮ ਨਹੀਂ ਬਚਦਾ। ਆਪਾਂ ਇਕੱਲੇ ਇਕੱਲੇ ਨੂੰ ਸੋਲਵ ਕਰੀਏ ਅਤੇ ਇੱਕ ਮੈਥਡ ਮਤਲਬ ਆਪਣੀ ਕੈਲਕੂਲੇਸ਼ਨ ਜੋ ਪਾਰਟ ਹੈ ਉਹਨੂੰ ਤੇਜ਼ ਕਰਨਾ ਆ। ਜਦੋਂ ਆਪਾਂ ਇਹਨੂੰ ਸਮ ਕਰਾਂਗੇ ਤਾਂ ਸਾਡੇ ਕੋਲ ਆਨਸਰ ਆ ਜਾਏਗਾ 616.78/8। ਇਹਨੂੰ ਜਦੋਂ ਸੋਲਵ ਕਰਾਂਗੇ ਤੁਸੀਂ ਕਿਸੇ ਵੀ ਮੈਥਡ ਨਾਲ ਸੋਲਵ ਤੁਸੀਂ ਇੱਦਾਂ ਪੁਆਇੰਟ ਦੇ ਵਿੱਚ ਸੋਲਵ ਕਰ ਸਕਦੇ ਹੋ ਤਾਂ ਕਰ ਲਓ, ਨਹੀਂ ਤਾਂ ਪੁਆਇੰਟ ਰਿਮੂਵ ਕਰਨ ਲਈ 100 ਲਿਖ ਦਿਓ। ਜੋ ਤੁਹਾਨੂੰ ਮੈਥਡ ਪਸੰਦ ਹੈ ਕਰਨਾ ਹੈ, ਪਰ ਵਿਦਿਨ ਟਾਈਮ ਦੇ ਵਿੱਚ ਕਰਨਾ ਆ। ਤਾਂ ਇਹ ਜੋ ਸਾਡਾ ਆਨਸਰ ਆ ਜਾਏਗਾ 77.09। ਇਹ ਸਾਡੀ ਕੀ ਹੈ ਐਵਰੇਜ ਪ੍ਰੋਡਕਸ਼ਨ ਹੈਗੀ ਹੈ ਐਵਰੇਜ। ਪਰ ਆਪਾਂ ਨੂੰ ਕੁਐਸਚਨ ਦੇ ਵਿੱਚ ਪੁੱਛਿਆ ਸੀਗਾ ਵੀ ਕਿੰਨੇ ਉਹ ਸਾਲ ਹੈ ਜਿਨ੍ਹਾਂ ਦੀ ਐਵਰੇਜ ਪ੍ਰੋਡਕਸ਼ਨ ਤੋਂ ਵੀ ਘੱਟ ਪ੍ਰੋਡਕਸ਼ਨ ਹੋਈ ਹੈ। ਐਵਰੇਜ ਪ੍ਰੋਡਕਸ਼ਨ ਹੈ 77.09। ਆਪਾਂ ਵੇਖਾਂਗੇ ਕਿੱਥੇ ਆ ਉਹ 77.09 ਅਪਰੋਕਸੀਮੇਟਲੀ 77 ਹੀ ਹੈ, ਉਹ ਹੈ 76। ਦੇਖੋ ਇੱਥੇ 76 ਹੈ ਅਤੇ ਇੱਥੇ 77 ਆ। ਸੋ ਜ਼ਿਆਦਾ ਨੇੜੇ ਕੌਣ ਹੈ 76 ਐਂਡ 77 ਦੇ ਵਿੱਚੋਂ ਵੇਖਿਆ ਜਾਵੇ ਤਾਂ 77 ਜੋ ਹੈ 77.09 ਦੇ ਬਿਲਕੁਲ ਨੇੜੇ ਆ। ਤਾਂ ਆਪਾਂ ਇਹ ਵਾਲੀ ਕੰਸੀਡਰ ਕਰਾਂਗੇ। ਉਹਨੇ ਪੁੱਛਿਆ ਕਿੰਨੇ ਸਾਲਾਂ ਦੀ ਇਹ ਤੋਂ ਘੱਟ ਹੈ, ਘੱਟ ਵਾਲੀ ਗਿਣ ਲਓ। ਆਹ ਸਾਬ ਇਹ ਤੋਂ ਘੱਟ ਹੈ, ਇਹ ਕਿੰਨੇ ਆ ਟੋਟਲ 1 2 3 ਅਤੇ 4। तो आंसर आ जाएगा 4। 4 साल ही ਇਹੋ ਜਿਹੇ ਜਿਨ੍ਹਾਂ ਦੀ ਪ੍ਰੋਡਕਸ਼ਨ ਐਵਰੇਜ ਪ੍ਰੋਡਕਸ਼ਨ ਤੋਂ ਵੀ ਘੱਟ ਸੀ। ਠੀਕ ਹੈ। ਸੋ ਅੱਗੇ ਆਪਾਂ ਨੈਕਸਟ ਕੁਐਸਚਨ ਤੇ ਮੂਵ ਔਨ ਕਰਦੇ ਹਾਂ। ਸੋ ਨੈਕਸਟ ਕੁਐਸਚਨ ਹੈ ਵੀ ਐਵਰੇਜ ਪ੍ਰੋਡਕਸ਼ਨ ਆਫ ਦਾ ਸਟੀਲ ਇਜ਼। ਐਵਰੇਜ ਪ੍ਰੋਡਕਸ਼ਨ ਕਿਵੇਂ ਕਰਨੀ ਹੈ ਆਪਾਂ, ਜਿੰਨੀਆਂ ਵੀ ਪ੍ਰੋਡਕਸ਼ਨਸ ਹੈ ਸਭ ਨੂੰ ਪਲੱਸ ਕਰ ਦਾਂਗੇ, ਜਿੰਨੀ ਵਾਰ ਦਿੱਤੀ ਉਹਨੂੰ ਆਪਾਂ ਉਹਦੇ ਨਾਲ ਡਿਵਾਈਡ ਕਰ ਦਾਂਗੇ। ਇਹ ਆਪਾਂ ਪਹਿਲਾਂ ਕਰ ਚੁੱਕੇ ਹਾਂ। ਇੱਥੇ ਆਪਣਾ ਆਂਸਰ ਹੈ 77.09। ਸੋ ਆਪਸ਼ਨ ਵਿੱਚ ਵੇਖੋ 77 ਆਇਆ, ਹੋਰ ਕਿਤੇ ਨਹੀਂ ਹੈ। 0.09 ਜੋ ਅਪਰੋਕਸੀਮੇਟਲੀ 10 ਵਿੱਚ ਗਿਣਿਆ ਤਾਂ ਜੋ ਕਰੈਕਟ ਆਂਸਰ ਜਿਹੜਾ ਇਹਦਾ ਸੀ ਆਪਸ਼ਨ ਨਿਕਲ ਆਏਗਾ।
ਹੁਣ ਅੱਗੇ अगला क्वेश्चन है कि डिफरेंस ऑफ द प्रोडक्शन इन स्टील इन ईयर 1923 एंड 1924 इज X% ऑफ 1927 ਤੇ ਆਪਾਂ X ਪਤਾ ਕਰਨਾ ਹੈ। डिफरेंस ਦਾ मतलब ਹੁੰਦਾ ਮਾਈਨਸ 1923 1924 ਦਾ ਜਿਹੜਾ डिफरेंस ਹੈ ਉਹ X% ਹੈ 1927 ਦਾ। ਇਹਦਾ मतलब ਪਹਿਲਾਂ ਤਾਂ ਆਪਾਂ डिफरेंस ਪਤਾ ਕਰਾਂਗੇ 1923 ਤੇ 1927 ਦਾ। ठीक है जी 1923 सॉरी 1927 1924 है 1924 1923 का वेखिए तो 76.23 1924 का वेखिए तो डैट इज़ 77.23 तो डिफरेंस फाइंड अप करांगे आप 108 क्वेश्चन है डिफरेंस लिए की करांगे 77.23 चो आप माइनस कर देंगे 76.23 तो जो आंसर है साढ़े को डैट विल बी 1 एक आंसर आ जाएगा इन्हों का डिफरेंस जो है एक आ गया उन्होंने कहा है कि इन्हों का डिफरेंस जो है X% ऑफ 1927 है मतलब कि बराबर है X% मतलब X% मतलब X बाय 100 कि X% ऑफ होंगे मल्टीप्लाई तो हैगा 1927 मतलब फिर चार्ट दे देंगे 1927 मतलब 100.17 तो लिख देंगे आप 100.17 ਜਦੋਂ ਇਹਨੂੰ ਸੋਲਵ ਆਊਟ ਕਰਾਂਗੇ ਆਪਾਂ ਆਪਣੇ ਤਰੀਕੇ ਦੇ ਨਾਲ ਤੇ x ਦੀ ਵੈਲਿਊ ਫਾਈਂਡ ਆਊਟ ਕਰਾਂਗੇ ਸਾਡੇ ਕੋਲ ਆਨਸਰ ਆ ਜਾਏਗਾ 0.1%। ਇਹਦੀ ਕੈਲਕੂਲੇਸ਼ਨ ਤੁਸੀਂ ਖੁਦ ਕਰ ਸਕਦੇ ਜੋ ਅਗਰ ਨਹੀਂ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸ ਦਿਓ ਮੈਂ ਤੁਹਾਨੂੰ ਦੱਸ ਦਾਂਗਾ ਇਸ ਦਾ ਸੋਲੂਸ਼ਨ ਵੀ। ਸੋ ਸਾਡਾ ਆਨਸਰ ਆ ਗਿਆ 0.1%। ਆਪਸ਼ਨਸ ਦੇ ਵਿੱਚ ਵੇਖੀਏ ਦੈਟ ਇਜ਼ D ਸੋ D ਇਜ਼ ਦਾ ਕਰੈਕਟ ਆਨਸਰ। अगला क्वेश्चन है द रेशियो ऑफ द प्रोडक्शन ऑफ द स्टील इन ईयर 1924 एंड 1925 टू द 1923 एंड 1927 आप रेशो फाइंड आउट करनी है प्रोडक्शन ऑफ स्टील 1924 तो 1925 की रेशो आप पहला प्लस करके उन्होंने 1923 तो 1927 के नाल आपां दी रेशो जी है फाइंड आउट करना चाहते हैं। सो इस दे लई की करांगे पहला आप 1924 तो 1925 का पता करांगे 1924 तो 1925 यानी कि 109 क्वेश्चन 1924 एंड 1925 ये जो साढ़े को टोटल प्रोडक्शन कितनी आई 1924 एंड 1925 1924 में साढ़े को 77.23 तो 1925 में साढ़े को 88.93 सो टोटल अपने को कितनी हो जाएगी प्रोडक्शन इसलिए अपन प्लस करांगे 77.23 प्लस 88.93 तो टोटल साढ़े को आ जाएगी 166.16। तो सैकेंडली उन्होंने पूछा आ कि 1925 का जो आप इत्थे कीता सी ते 1924 का भी आप इत्थे कर चुके हैं। तो अगली जो उन्होंने पूछा आ 1923 एंड 1927 का ये वेखांगे फिर डायग्राम दे विच 1923 जो है वो है 76.23 ते 1927 जो है वो है 100.17 इन्होंने प्लस कर देंगे आप सो आ जाएगा साढ़े कोल 76.23 प्लस 100.17 आ जाएगा 176.4 इन्ना साढ़े को आ गया इन्ना दोनों जीयर्स का भी साढ़े को आ गया इन्ना दोनों जीयर्स का भी साढ़े को आ गया आप पता की करना सी आप पता करना चाहते सी इन्हों की रेशो लिए की करांगे इन्होंने दोवां नूं लवांगे तो इन्होंने डिवाइड कर देंगे इन्होंने डिवाइड करन दे लई तुसीं हुण पॉइंट नूं रिमूव कर ली उत्थे 100 वाला 10 वाला कॉन्सैप्ट भी ला सकते हो जां जिवें तुसीं कर सकते हो कर लेना तो इहदा जिहड़ा आंसर फाइंड आउट तो करना है असीं अपने तरीके नाल सॉल्व करन तो बाद जो साडे कोल आंसर आ जाएगा 2077 ओवर 2205 इस चीज़ को सॉल्व करके साडे कोल आंसर आ जाएगा। हुण ये आपां ऑप्शन दे विच वेखांगे कित्थे आ 2077 एंड 2205 दैट इज ऑप्शन डी सो ये है साडा करैक्ट आंसर। सो ये सीगे इंपॉर्टेंट क्वेश्चन पाई चार्ट के बाद के नाल रिलेटेड ਇਹੋ ਜਿਹੇ क्वेश्चन ही हर बार रिपीट होंगे ने कंपीटिटिव एग्जाम के खास करके पंजाब पटवारी जिहदा लैवल जो है थोड़ा ईजी रह जाता है उन्होंने इस टाइप के क्वेश्चन जो आएगे जे कोई भी प्रॉब्लम होए तो तुसीं कमेंट सैक्शन में
ਪੁੱਛ ਸਕਦੇ ਹੋ। ਥੈਂਕ ਯੂ।